गुड मॉर्निंग स्टूडेंट्स। ਅੱਜ ਆਪਾਂ ਸ਼ੁਰੂ ਕਰਦੇ ਹਾਂ ਜੀ ਤੁਹਾਡੀ ਕਵਿਤਾ ਦਾ ਪਹਿਲਾ ਪਾਠ। ਭਾਈ ਵੀਰ ਸਿੰਘ ਜੀ ਦੇ ਦੁਆਰਾ ਲਿਖੀ ਹੋਈ ਕਵਿਤਾ ਸਮਾਂ। ਸਭ ਤੋਂ ਪਹਿਲਾਂ ਬੇਟਾ ਜੀ ਤੁਹਾਨੂੰ ਕਿਤਾਬ ਦਾ ਪਤਾ ਹੋਣਾ ਚਾਹੀਦਾ ਹੈ। ਕਿਤਾਬ ਦਾ ਨਾਮ ਸਾਹਿਤ ਮਾਲਾ ਭਾਗ 9, ਜਿਸ ਦੇ ਵਿੱਚ ਤੁਹਾਡੇ ਸਿਲੇਬਸ 'ਚ ਪੰਜਾਬੀ ਕਵਿਤਾ ਅਤੇ ਵਾਰਤਕ ਭਾਗ ਨੂੰ ਸ਼ਾਮਿਲ ਕੀਤਾ ਗਿਆ ਹੈ। ਕਵਿਤਾ ਕਈ ਤਰ੍ਹਾਂ ਦੀ ਹੁੰਦੀ ਹੈ, ਠੀਕ ਹੈ। ਉਹਨੂੰ ਕਾਫੀ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਨਿੱਕੀ ਕਵਿਤਾ ਹੁੰਦੀ ਹੈ, ਵੱਡੀ ਕਵਿਤਾ ਹੁੰਦੀ ਹੈ, ਖੁੱਲ੍ਹੀ ਕਵਿਤਾ ਹੁੰਦੀ ਹੈ, ਵੀਰ ਰਸੀ ਕਵਿਤਾਵਾਂ ਹੁੰਦੀਆਂ ਨੇ, ਸੂਫੀ ਕਵਿਤਾਵਾਂ ਨੇ, ਗੁਰਮਤਿ ਕਾਵਿ ਹੈ। ਤੁਹਾਡੇ ਜਿਹੜੇ ਸਿਲੇਬਸ ਦੇ ਵਿੱਚ ਹੈ ਉਹ ਥੋੜ੍ਹੀ ਜਿਹੀ ਰਲੇਵੀਂ ਕਵਿਤਾ ਦਾ ਜਿਹੜਾ ਸਿਲੇਬਸ ਆ ਉਹ ਐਡ ਕੀਤਾ ਗਿਆ ਆ ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ। ਸਾਹਿਤ ਮਾਲਾ ਭਾਗ 9 ਦਾ ਪਹਿਲਾ ਪਾਠ ਕਾਵਿ ਰਚਨਾ ਦੇ ਵਿੱਚ ਸਮਾਂ ਨਾਂ ਦੀ ਕਵਿਤਾ, ਜੋ ਕਿ ਭਾਈ ਵੀਰ ਸਿੰਘ ਜੀ ਦੇ ਦੁਆਰਾ ਲਿਖੀ ਗਈ ਹੈ। ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਜਾਣਾਂਗੇ। ਜਿਹੜਾ ਕਿ ਉਹਨਾਂ ਦਾ ਟਾਈਮ ਪੀਰੀਅਡ ਦਿੱਤਾ ਹੋਇਆ ਹੈ, ਤੁਸੀਂ ਉਹ ਜ਼ਰੂਰ ਯਾਦ ਰੱਖਣਾ ਆ। 1872 ਈਸਵੀ ਤੋਂ ਲੈ ਕੇ 1957 ਈਸਵੀ ਤੱਕ ਦਾ ਸਮਾਂ ਭਾਈ ਵੀਰ ਸਿੰਘ ਜੀ ਦਾ ਸਮਾਂ। ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਪਿਤਾ ਸਰਦਾਰ ਚਰਨ ਸਿੰਘ ਅਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਸੋ ਬੇਟਾ ਇਹਦੇ ਵਿੱਚੋਂ ਤੁਸੀਂ ਜਦੋਂ ਆਪਾਂ ਕਵੀ ਦੇ ਬਾਰੇ ਵੀ ਥੋੜ੍ਹਾ ਜਿਹਾ ਜਾਣਨਾ ਆ ਤਾਂ 1 ਵਰਡ ਕੁਐਸਚਨ ਜਿਹੜੇ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਣੇ ਨੇ। ਤੁਸੀਂ ਆਪ ਫਰੇਮ ਕਰਨੇ ਨੇ। 8 ਜਾਂ 10 ਕੁਐਸਚਨਸ ਤੁਸੀਂ ਆਪ ਕਵਿਤਾ ਦੇ ਨਾਲ ਰਿਲੇਟਿਡ, ਕਵੀ ਦੇ ਨਾਲ ਰਿਲੇਟਿਡ ਜੋ ਵੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਉਹਦੇ ਵਿੱਚੋਂ ਆਪ ਤੁਸੀਂ ਬਣਾ ਕੇ ਫਰੇਮ ਕਰਕੇ ਲਿਖਣੇ ਨੇ। ਸੋ ਪਹਿਲਾ ਹੀ ਕੁਐਸਚਨ ਸਾਡਾ ਇਹ ਬਣ ਜਾਂਦਾ ਹੈ, ਭਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ। ਆਨਸਰ ਤੁਹਾਡੇ ਸਾਹਮਣੇ ਹੈ। 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਅਤੇ ਉਹਨਾਂ ਦੇ ਪਿਤਾ ਅਤੇ ਮਾਤਾ ਜੀ ਦਾ ਨਾਮ ਦੱਸੋ। ਸਰਦਾਰ ਚਰਨ ਸਿੰਘ ਪਿਤਾ ਜੀ ਅਤੇ ਮਾਤਾ ਸਰਦਾਰਨੀ ਉੱਤਮ ਕੌਰ ਜੀ। ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਆਧੁਨਿਕ ਕਵੀ ਕਿਉਂ? ਕਿਉਂਕਿ ਬੇਟਾ ਜੀ ਉਹ ਪ੍ਰਗਤੀਵਾਦੀ ਵਿਚਾਰਧਾਰਾ ਰੱਖਦੇ ਸਨ ਔਰ ਅੱਜ ਦੀ ਕਵਿਤਾ, ਅੱਜ ਦੇ ਸਮੇਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਜਿਹੜੀਆਂ ਸੀ ਰਚਨਾਵਾਂ ਦੀ ਰਚਨਾ ਕੀਤੀ। ਆਪ ਦਾ ਰਚਨਾ ਜਿਹੜੀ ਹੈ ਬਹੁਪੱਖੀ ਹੈ। ਆਪ ਦੀ ਰਚਨਾ ਬਹੁਪੱਖੀ ਮਤਲਬ ਬਹੁਤ ਸਾਰੇ ਜ਼ਿੰਦਗੀ ਦੇ ਪੱਖਾਂ ਨੂੰ ਛੂਹਣ ਵਾਲੀ ਹੈ। ਇਕੱਲੀ ਉਹਨਾਂ ਨੇ ਕਵਿਤਾਵਾਂ ਦੀ ਰਚਨਾ ਹੀ ਨਹੀਂ ਕੀਤੀ, ਸਗੋਂ ਉਹਨਾਂ ਨੇ ਵਾਰਤਕ, ਨਾਵਲ, ਨਾਟਕਾਂ ਦੀ ਰਚਨਾ ਕੀਤੀ ਅਤੇ ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ ਕੀਤਾ। ਇਸ ਤੋਂ ਇਲਾਵਾ ਸਿੱਖ ਇਤਿਹਾਸ ਦੇ ਸੰਪਾਦਨ ਕਰਨ ਦਾ ਕੰਮ ਵੀ ਕੀਤਾ। ਬੇਟਾ ਜੀ ਭਾਈ ਵੀਰ ਸਿੰਘ ਜੀ ਦੀ ਕਵਿਤਾ ਦੀ ਜਿਹੜੀ ਵਿਚਾਰਧਾਰਾ ਆ ਉਹ ਗੁਰਬਾਣੀ ਤੋਂ ਬਹੁਤ ਪ੍ਰਭਾਵਿਤ ਹੈ। ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਸਨ। ਇਸ ਕਰਕੇ ਉਹਨਾਂ ਨੇ ਸਿੱਖ ਗੁਰੂਆਂ ਦੁਆਰਾ ਦੱਸੀ ਗਈ ਵਿਚਾਰਧਾਰਾ ਨੂੰ ਆਪਣੀ ਕਵਿਤਾ ਦੀ ਸ਼ੈਲੀ ਦੇ ਵਿੱਚ ਅਪਣਾਇਆ, ਕਵਿਤਾ ਰਚਨ ਦੇ ਵਿੱਚ ਅਪਣਾਇਆ ਅਤੇ ਸਿੱਖ ਇਤਿਹਾਸ ਬਾਰੇ ਵੀ ਉਹਨਾਂ ਨੇ ਬਹੁਤ ਸਾਰੇ ਰਚਨਾਵਾਂ ਦੀ ਰਚਨਾ ਕੀਤੀ ਹੈ। ਉਹਨਾਂ ਦੀ ਦੇਣ ਗਿਣਾਤਮਕ ਅਤੇ ਗੁਣਾਤਮਕ ਦੋਹਾਂ ਪੱਖਾਂ ਤੋਂ ਮਹੱਤਵਪੂਰਨ ਹੈ। ਲੇਖਕ ਕੀ ਕਹਿੰਦਾ ਹੈ ਕਿ ਗਿਣਾਤਮਕ, ਜੇ ਉਹਨਾਂ ਨੂੰ ਗਿਣਿਆ ਜਾਵੇ ਰਚਨਾਵਾਂ ਨੂੰ ਅਤੇ ਤਾਂ ਵੀ ਬਹੁਤ ਗਿਣਤੀ ਦੇ ਵਿੱਚ ਨੇ, ਅਤੇ ਜੇਕਰ ਉਹਨਾਂ ਦੇ ਰਚਨਾਵਾਂ ਦੇ ਗੁਣ ਦੇਖੇ ਜਾਣ ਤਾਂ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ, ਉਹ ਵੀ ਬਹੁਤ ਮਹੱਤਵਪੂਰਨ ਹਨ। ਆਪ ਦੀਆਂ ਰਚਨਾਵਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ। ਉਹਨਾਂ ਨੇ ਪ੍ਰਸਿੱਧ ਰਚਨਾਵਾਂ ਦੇ ਬਾਰੇ ਦੱਸ ਦਿੱਤਾ ਹੈ। ਜੇਕਰ ਹੁਣ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਭਾਈ ਵੀਰ ਸਿੰਘ ਜੀ ਦਾ ਵੀਰ ਸਿੰਘ ਜੀ ਦੀਆਂ 2 ਪ੍ਰਸਿੱਧ ਕਵਿਤਾਵਾਂ ਜਾਂ ਰਚਨਾਵਾਂ ਦੇ ਨਾਮ ਦੱਸੋ, ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜੀਆਂ ਕਵਿਤਾਵਾਂ ਦੇ ਨਾਮ ਯਾਦ ਕਰ ਸਕਦੇ ਹੋ ਰਚਨਾਵਾਂ ਦੇ। ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਮੇਰੇ ਸਾਈਆਂ ਜੀਓ, ਕੰਬਦੀ ਕਲਾਈ, ਪ੍ਰੀਤ ਵੀਣਾ, ਕੰਤ ਮਹੇਲੀ, ਵਿਜੈ ਸਿੰਘ ਸੁੰਦਰੀ, ਸਤਵੰਤ ਕੌਰ, ਸੁਭਾਗ ਜੀ ਦਾ ਸੁਧਾਰ ਹੱਥੀਂ, ਬਾਬਾ ਨੌਧ ਸਿੰਘ, ਰਾਜਾ ਲਖਦਾਤਾ ਸਿੰਘ, ਗੁਰੂ ਨਾਨਕ ਚਮਤਕਾਰ, ਸ੍ਰੀ ਕਲਗੀਧਰ ਚਮਤਕਾਰ,
ਅਸ਼ਟਗੁਰੂ ਚਮਤਕਾਰ। ਠੀਕ ਹੈ ਜੀ। ਇਸ ਤਰ੍ਹਾਂ ਉਹਨਾਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਆ ਉਹਦੇ ਵਿੱਚ ਅਧਿਆਤਮਵਾਦ, ਆਤਮਾ ਅਤੇ ਪਰਮਾਤਮਾ ਦੀ ਗੱਲ ਕੀਤੀ ਹੈ, ਪ੍ਰਕਿਰਤੀ ਦੀ ਗੱਲ ਕੀਤੀ ਹੈ ਔਰ ਗੁਰੂਆਂ ਦੀ ਗੱਲ ਕੀਤੀ ਹੈ। ਉਹਨਾਂ ਨੇ ਨਾਵਲ ਵੀ ਲਿਖੇ, ਸੁੰਦਰੀ, ਵਿਜੇ ਸਿੰਘ, ਸਤਵੰਤ ਕੌਰ, ਇਹ ਉਹਨਾਂ ਦੇ ਨਾਵਲਾਂ ਦੇ ਨਾਮ ਨੇ। ਸਾਹਿਤ ਅਕਾਦਮੀ ਦਿੱਲੀ ਵੱਲੋਂ ਆਪ ਜੀ ਨੂੰ ਸਰਕਾਰ ਨੇ ਪਦਮ ਭੂਸ਼ਣ ਦੀ ਉਪਾਧੀ ਪ੍ਰਦਾਨ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀਲਿਟ ਮਨਾਰਥ ਡਿਗਰੀ ਨਾਲ ਸਨਮਾਨਿਆ। ਡੀਲਿਟ ਹੁੰਦੀ ਹੈ ਬੇਟਾ ਜੀ ਡਾਕਟਰ ਆਫ ਲਿਟਰੇਚਰ, ਡਾਕਟਰੇਟ ਆਫ ਲਿਟਰੇਚਰ ਦੀ ਡਿਗਰੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਉਹਨਾਂ ਨੂੰ ਦਿੱਤੀ ਸੀ ਉਹਨਾਂ ਦੀਆਂ ਰਚਨਾਵਾਂ ਕਰਕੇ। ਸੋ ਉਹਨਾਂ ਦੀ ਜਿਹੜੀ ਕਵਿਤਾ ਹੈ ਸਮਾਂ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਿਲ ਕੀਤੀ ਗਈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਸਮੇਂ ਦੇ ਬਾਰੇ ਉਹਨਾਂ ਨੇ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਜਿਹੜੀ ਹੈ ਸਾਨੂੰ ਸਮੇਂ ਦੇ ਮਹੱਤਵ ਬਾਰੇ ਦੱਸਦੀ ਹੈ। ਸਮੇਂ ਦਾ ਮਹੱਤਵ ਦਾ ਉਜਾਗਰ ਕੀਤਾ ਹੈ ਇਸ ਕਵਿਤਾ ਦੇ ਰਾਹੀਂ ਕਿ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਸਮਾਂ ਕਦੇ ਕਿਸੇ ਲਈ ਰੁਕਦਾ ਨਹੀਂ, ਸਮਾਂ ਨਿਰੰਤਰ ਆਪਣੀ ਚਾਲ ਜਿਹੜੀ ਹੈ ਲਗਾਤਾਰ ਚੱਲਦਾ ਰਹਿੰਦਾ ਹੈ ਅਤੇ ਮਨੁੱਖ ਨੂੰ ਸਮੇਂ ਦੇ ਅਨੁਸਾਰ ਚੱਲਣਾ ਚਾਹੀਦਾ ਹੈ, ਨਾ ਕਿ ਸਮਾਂ ਕਦੇ ਮਨੁੱਖ ਦੇ ਅਨੁਸਾਰ ਚੱਲਿਆ ਹੈ ਅਤੇ ਨਾ ਹੀ ਕਦੇ ਚੱਲੇਗਾ ਅਤੇ ਨਾ ਹੀ ਚੱਲ ਸਕਦਾ ਹੈ। ਸੋ ਸਭ ਤੋਂ ਪਹਿਲਾਂ ਜੇਕਰ ਪ੍ਰਸੰਗ ਸਹਿਤ ਵਿਆਖਿਆ ਦੀ ਗੱਲ ਕਰੀਏ ਤਾਂ ਆਪਾਂ ਪ੍ਰੀਵੀਅਸ ਕਲਾਸਾਂ ਦੇ ਵਿੱਚ ਬਿਲਕੁਲ ਪੜ੍ਹਿਆ ਹੋਇਆ ਹੈ ਪ੍ਰਸੰਗ ਕਿਵੇਂ ਲਿਖਣਾ ਹੈ ਅਤੇ ਵਿਆਖਿਆ ਕਿਵੇਂ ਕਰਨੀ ਹੈ। ਪਹਿਲੀਆਂ 2 ਲਾਈਨਾਂ ਜਾਂ ਪਹਿਲੀਆਂ 3 ਜਾਂ 4 ਦਾ ਪੇਅਰ ਬਣਾ ਕੇ ਅਸੀਂ ਪਹਿਲਾਂ ਪ੍ਰਸੰਗ ਲਿਖਾਂਗੇ ਕਿ ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਭਾਗ 9 ਵਿੱਚ ਦਰਜ ਕਵੀ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਕਵਿਤਾ ਸਮਾਂ ਦੇ ਵਿੱਚੋਂ ਲਈਆਂ ਗਈਆਂ ਹਨ ਅਤੇ ਇਸ ਕਵਿਤਾ ਵਿੱਚ ਕਵੀ ਨੇ ਸਮੇਂ ਦੇ ਮਹੱਤਵ ਨੂੰ ਦਰਸਾਉਂਦਿਆਂ ਕਿਹਾ ਹੈ ਕਿ ਉਸ ਤੋਂ ਬਾਅਦ ਫਿਰ ਤੁਹਾਡੀ ਵਿਆਖਿਆ ਸ਼ੁਰੂ ਹੋਏਗੀ। ਵਿਆਖਿਆ ਮਤਲਬ ਐਕਸਪਲੇਨੇਸ਼ਨ। ਪਹਿਲਾਂ ਆਪਾਂ ਪ੍ਰਸੰਗ ਕਰ ਲਿਆ, ਉਸ ਤੋਂ ਬਾਅਦ ਵਿਆਖਿਆ ਸ਼ੁਰੂ ਹੋਏਗੀ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਹਿੰਦੇ ਕਿ ਮੈਂ ਭਾਈ ਵੀਰ ਸਿੰਘ ਜੀ ਕਹਿੰਦੇ ਕਿ ਮੈਂ ਸਮੇਂ ਨੂੰ ਬਹੁਤ ਤਰਲੇ ਵਾਸਤੇ ਪਾਏ। ਵਾਸਤੇ ਹੁੰਦਾ ਮਿੰਨਤਾਂ ਪਾਉਣੀਆਂ, ਤਰਲੇ ਪਾਉਣੇ, ਬੜੇ ਤਰਲੇ ਭੇਜੇ, ਮਿੰਨਤਾਂ ਕੀਤੀਆਂ, ਪਰ ਮੇਰੀ ਸਮੇਂ ਨੇ ਇੱਕ ਵੀ ਮਿੰਨਤ, ਇੱਕ ਵੀ ਤਰਲਾ ਨਹੀਂ ਮੰਨਿਆ। ਕਿਉਂ? ਸਮਾਂ ਬਹੁਤ ਬਲਵਾਨ ਹੈ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਤਰੀਕ ਤੋਂ ਭਾਵ ਹੁੰਦਾ ਹੈ ਖਿੱਚਣਾ ਅਤੇ ਕੰਨੀ ਇੱਕ ਪੱਲਾ, ਕੋਨਾ, ਕੱਪੜੇ ਦਾ ਇੱਕ ਕੋਨਾ। ਜਿਸ ਤਰ੍ਹਾਂ ਅਸੀਂ ਹੱਥ ਦੇ ਵਿੱਚ ਕੱਪੜਾ ਫੜਿਆ ਹੋਵੇ ਅਤੇ ਸਾਡੇ ਕੋਲੋਂ ਦੂਜੇ ਪਾਸਿਓਂ ਕੋਈ ਖਿੱਚਦਾ ਹੈ ਅਤੇ ਅਖੀਰ ਦੇ ਵਿੱਚ ਸਾਡਾ ਇੱਕ ਕੰਨਾ ਬਚਦਾ ਹੈ, ਕੰਨੀ ਬਚਦੀ ਹੈ, ਪੱਲਾ ਛੋਟਾ ਜਿਹਾ ਬਚਦਾ ਹੈ, ਕਾਰਨਰ, ਜਿਸ ਨੂੰ ਅਸੀਂ ਫਿਰ ਛੱਡ ਦਿੰਦੇ ਹਾਂ ਅਤੇ ਸਾਡੇ ਹੱਥੋਂ ਕੱਪੜਾ ਛੁੱਟ ਜਾਂਦਾ ਹੈ। ਉਸੇ ਤਰ੍ਹਾਂ ਭਾਈ ਵੀਰ ਸਿੰਘ ਕਹਿੰਦੇ ਕਿ ਮੈਂ ਸਮੇਂ ਨੂੰ ਫੜ ਕੇ ਆਪਣੇ ਵੱਲ ਖਿੱਚਣ ਦਾ ਯਤਨ ਵੀ ਕੀਤਾ। ਭਾਵ ਸਮੇਂ ਦੇ ਸਾਹਮਣੇ ਬਹੁਤ ਰੁਕਾਵਟਾਂ ਖੜੀਆਂ ਕੀਤੀਆਂ ਪਰ ਸਮੇਂ ਨੇ ਉਹਨਾਂ ਦੀ ਇੱਕ ਵੀ ਨਾ ਮੰਨੀ ਅਤੇ ਉਹ ਆਪਣੀ ਕੰਨੀ ਖਸਕਾ ਕੇ ਮੇਰੇ ਹੱਥੋਂ ਨਿਕਲ ਗਿਆ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ। ਕਹਿੰਦੇ ਕਿਵੇਂ ਵੀ, ਕਿਸੇ ਵੀ ਤਰੀਕੇ ਮੈਂ ਉਸ ਸਮੇਂ ਨੂੰ ਰੋਕ ਨਾ ਸਕਿਆ। ਅਟਕ, ਅਟਕ ਮਤਲਬ ਰੋਕ ਜਾਂ ਰੁਕਾਵਟ, ਅਟਕ ਜੋ ਰੁਕੇ ਨਾ। ਕਹਿੰਦੇ ਸਮਾਂ ਰੁਕਦਾ ਨਹੀਂ ਹੈ ਪਰ ਮੈਂ ਉਸ ਦੇ ਰਸਤੇ ਦੇ ਵਿੱਚ ਜੋ ਵੀ ਮੁਸੀਬਤਾਂ ਪਾਈਆਂ ਉਹਨਾਂ ਨੂੰ ਭੰਨ ਕੇ, ਤੋੜ ਕੇ ਉਹ ਅੱਗੇ ਨਿਕਲਦਾ ਚਲਾ ਗਿਆ। ਤ੍ਰਿਖੇ ਵੇਗ ਆਪਣੇ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਤ੍ਰਿਖੇ ਆਪਣੇ ਵੇਗ ਮਤਲਬ, ਤ੍ਰਿਖਾ ਮਤਲਬ ਤਿੱਖਾ, ਕਿ ਉਸ ਦੀ ਚਾਲ ਜਿਹੜੀ ਹੈ ਸਮੇਂ ਦੀ ਪਾਣੀ ਦੇ ਵਹਾਂਗ ਵਾਂਗ ਇੰਨੀ ਤੇਜ਼ ਹੈ ਕਿ ਉਹ ਬੰਨੇ ਬੰਨ੍ਹ ਬਣਾਏ ਹੋਏ ਜਿਹੜੇ ਉੱਚੇ ਉੱਚੇ ਜਿਹੜੀਆਂ ਰੁਕਾਵਟਾਂ ਵੀ ਬਣਾਈਆਂ ਹੋਣ ਪਾਣੀ ਨੂੰ ਰੋਕਣ ਲਈ,
ਉਹਨਾਂ ਨੂੰ ਵੀ ਟੱਪਦਾ ਅੱਗੇ ਲੰਘਦਾ ਚਲੇ ਜਾਂਦਾ ਹੈ। ਹੋ ਅਜੇ ਸੰਭਾਲ ਇਸ ਸਮੇਂ ਨੂੰ। ਫਿਰ ਭਾਈ ਵੀਰ ਸਿੰਘ ਜੀ ਇਸ ਸਮੇਂ ਨੂੰ ਸੰਭਾਲਣ ਲਈ ਮਨੁੱਖ ਨੂੰ ਅਗਾਹ ਕਰਦੇ ਹੋਏ ਕਹਿ ਰਹੇ ਹਨ, ਸੰਬੋਧਨ ਕਰਦੇ ਹੋਏ ਕਹਿ ਰਹੇ ਹਨ ਕਿ ਹੇ ਮਨੁੱਖ, ਅਜੇ ਵੀ ਤੇਰੇ ਕੋਲ ਇਸ ਸਮੇਂ ਨੂੰ ਸੰਭਾਲਣ ਦਾ ਸਮਾਂ ਹੈ। ਕਹਿਣ ਤੋਂ ਭਾਵ ਕੀ ਹੈ ਕਿ ਤੇਰੇ ਕੋਲ ਚੱਲ ਰਿਹਾ ਸਮਾਂ ਹੈ, ਜਿਹੜਾ ਸਮਾਂ ਤੇਰੇ ਹੱਥ ਵਿੱਚ ਹੈ, ਭਾਵ ਵਰਤਮਾਨ ਦਾ ਸਮਾਂ। ਤੂੰ ਇਸ ਨੂੰ ਹਜੇ ਵੀ ਸੰਭਾਲ ਲੈ, ਕਰ ਸਫਲ ਉਡੰਦਾ ਜਾਵਦਾ। ਅਤੇ ਆਪਣੇ ਇਸ ਸਮੇਂ ਨੂੰ, ਵਰਤਮਾਨ ਸਮੇਂ ਨੂੰ ਕਿਸੇ ਚੰਗੇ ਕੰਮ ਦੇ ਵਿੱਚ ਲਗਾ ਜਾਂ ਉਸ ਸਮੇਂ ਦਾ ਸਦ ਉਪਯੋਗ ਕਰ ਅਤੇ ਸਫਲ ਹੋ ਜਾ ਆਪਣੀ ਜ਼ਿੰਦਗੀ ਦੇ ਵਿੱਚ। ਜੇਕਰ ਤੂੰ ਅਜਿਹਾ ਨਹੀਂ ਕਰੇਗਾ ਤਾਂ ਤੇਰੇ ਹੱਥੋਂ ਉਡਦਾ ਜਾਮਦਾ, ਉਡੰਦਾ ਜਾਮਦਾ ਮਤਲਬ ਜਾ ਰਿਹਾ ਹੈ। ਨਹੀਂ ਤਾਂ ਇਹ ਸਮਾਂ ਤੇਰੇ ਹੱਥੋਂ ਨਿਕਲਦਾ ਜਾਵੇਗਾ, ਉੱਡਦਾ ਜਾਵੇਗਾ, ਲੰਘਦਾ ਜਾਵੇਗਾ। ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਇਹ ਠਹਿਰਨਾ, ਭਾਈ ਵੀਰ ਸਿੰਘ ਕਹਿੰਦੇ ਨੇ ਕਿ ਇਹ ਸਮਾਂ ਆਪਣੀ ਰੁਕਣ ਦੀ ਜਾਂਚ ਜਾਂ ਤਰੀਕਾ ਨਹੀਂ ਜਾਣਦਾ। ਜਾਂਚ, ਤਰੀਕਾ, ਢੰਗ, ਤਰਕੀਬ, ਇਹ ਸਮੇਂ ਨੂੰ ਰੁਕਣਾ ਨਹੀਂ ਆਉਂਦਾ। ਇਹ ਜੇਕਰ ਇੱਕ ਵਾਰ ਸਾਡੇ ਹੱਥੋਂ ਲੰਘ ਗਿਆ ਫਿਰ ਮੁੜ ਕੇ ਸਾਡੇ ਹੱਥ ਦੇ ਵਿੱਚ ਕਦੇ ਵੀ ਵਾਪਸ ਨਹੀਂ ਆਉਂਦਾ। ਸੋ ਇਹ ਸੀ ਜੀ ਕਵਿਤਾ। ਜੇਕਰ ਅਸੀਂ ਕਵਿਤਾ ਦਾ ਪੂਰਾ ਭਾਵ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਇਸ ਦਾ ਕੇਂਦਰੀ ਭਾਵ ਕੀ ਹੋਏਗਾ, ਸੈਂਟਰਲ ਆਈਡੀਆ, ਕਿ ਕਵੀ ਦੀ ਸਮਝ ਅਨੁਸਾਰ ਜਾਂ ਕਵੀ ਨੇ ਸਮੇਂ ਦਾ ਮਹੱਤਵ ਦਰਸਾਉਂਦਿਆਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਮਾਂ ਇੰਨਾ ਬਲਵਾਨ ਹੈ ਕਿ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਰੋਕਿਆ ਨਹੀਂ ਜਾ ਸਕਦਾ, ਸਗੋਂ ਸਮਾਂ ਹਰ ਰੁਕਾਵਟ ਨੂੰ ਤੋੜ ਕੇ ਆਪਣੀ ਗਤੀ ਦੇ ਨਾਲ ਅੱਗੇ ਵੱਧਦਾ ਜਾਂਦਾ ਰਹਿੰਦਾ ਹੈ। ਇਸ ਕਰਕੇ ਕਵੀ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਬੇਟਾ ਜੀ, ਮੈਂ ਗੱਲ ਕਰ ਰਹੀ ਹਾਂ ਮੇਨ ਕੇਂਦਰੀ ਭਾਵ ਦੀ ਕਿ ਇਸ ਕਵਿਤਾ ਦੇ ਰਾਹੀਂ ਲੇਖਕ ਨੇ ਸਮੇਂ ਦਾ ਮਹੱਤਵ ਦੱਸਿਆ ਅਤੇ ਨਾਲ ਦੀ ਨਾਲ ਸਮੇਂ ਦੀ ਸੰਭਾਲ ਔਰ ਸਮੇਂ ਦੀ ਕਦਰ ਕਰਨ ਦਾ ਸਾਨੂੰ ਸੰਦੇਸ਼ ਦਿੱਤਾ ਹੈ। ਕਵਿਤਾ ਅਨੁਸਾਰ ਇੱਕ ਵਾਰ ਜੇਕਰ ਬੀਤਿਆ ਸਮਾਂ ਸਾਡੇ ਹੱਥੋਂ ਨਿਕਲ ਗਿਆ ਫਿਰ ਮੁੜ ਉਹ ਹੱਥ ਨਹੀਂ ਆਉਂਦਾ। ਇਸ ਕਰਕੇ ਮਨੁੱਖ ਨੂੰ ਜੋ ਉਸਦੇ ਕੋਲ ਹੈ, ਵਰਤਮਾਨ ਸਮਾਂ ਹੈ, ਉਸ ਦਾ ਪੂਰਾ ਸਦ ਉਪਯੋਗ ਕਰਨਾ ਚਾਹੀਦਾ ਹੈ। ਸਦ ਉਪਯੋਗ ਮਤਲਬ ਸਹੀ ਵਰਤੋਂ ਭਾਵ ਉਸ ਸਮੇਂ ਨੂੰ ਚੰਗੇ ਲੇਖੇ, ਚੰਗੇ ਕੰਮ ਵਿੱਚ ਲਗਾਉਣਾ ਚਾਹੀਦਾ ਹੈ। ਸੋ ਇਹ ਸੀ ਜੀ ਤੁਹਾਡੀ ਕਵਿਤਾ ਸਮਾਂ। ਬੈਕ ਐਕਸਰਸਾਈਜ਼ ਦੇ ਵਿੱਚ ਪੇਜ ਨੰਬਰ 8 ਦੇ ਉੱਪਰ 2 ਕੁਐਸਚਨ ਸਮੇਂ ਦੇ ਦਿੱਤੇ ਹੋਏ ਆ। ਕੁਐਸਚਨ ਨੰਬਰ 1 ਅਤੇ 2 ਉਹ ਤੁਸੀਂ ਕਰਨੇ ਨੇ ਕਿ ਸਮਾਂ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਦੂਸਰਾ, ਸਮਾਂ ਕਵਿਤਾ ਵਿੱਚ ਸਮੇਂ ਦੀ ਸੰਭਾਲ ਸੰਬੰਧੀ ਕਵੀ ਕੀ ਸੁਨੇਹਾ ਦਿੰਦਾ ਹੈ। ਉਸ ਤੋਂ ਬਾਅਦ ਕੁਐਸਚਨ ਨੰਬਰ 8 ਆ ਜੀ, ਹੇਠ ਲਿਖੇ ਕਾਵ ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। 2 ਪੈਰੇ ਦਿੱਤੇ ਹੋਏ ਨੇ, ਉਹਦੇ ਵਿੱਚੋਂ ਸਿਰਫ ਜਿਹੜਾ ਊੜਾ ਭਾਗ ਆ ਉਹ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਪ੍ਰਸੰਗ ਕਰਨੀ ਹੈ। ਜਿਹੜਾ ਐੜਾ ਭਾਗ ਆ ਉਹ ਦੂਸਰੀ ਕਵਿਤਾ ਦਾ ਆ, ਉਹ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਿਲ ਨਹੀਂ ਹੈ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਸਮਾਂ ਕਵਿਤਾ ਦੇ ਨਾਲ ਜਿਹੜੀਆਂ ਸੰਬੰਧਿਤ ਲਾਈਨਾਂ ਨੇ, ਸਤਰਾਂ ਨੇ, ਉਹਨਾਂ ਦੀ ਹੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਉਹ ਲਿਖਣੀ ਹੈ ਆਪਣੀ ਨੋਟਬੁੱਕਸ ਦੇ ਵਿੱਚ। ਔਰ ਪਹਿਲਾਂ ਵੀ ਦੱਸਿਆ ਕਿ 1 ਵਰਡ ਕੁਐਸਚਨ ਜਿਹੜੇ ਉਹ ਤੁਸੀਂ 8 ਜਾਂ 10 ਜਿਹੜੇ ਉਹ ਆਪ ਫਰੇਮ ਕਰਨੇ ਨੇ ਅਤੇ ਲਿਖਣੇ ਨੇ। 2 ਮਾਰਕਸ ਕੁਐਸਚਨ ਜਿਹੜੇ ਉਹ ਮੈਂ ਤੁਹਾਨੂੰ PDF ਦੇ ਵਿੱਚ ਭੇਜਾਂਗੀ ਜੋ ਕਿ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਸੋਲਵ ਕਰਨੇ ਨੇ। ਥੈਂਕ ਯੂ।